ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤ ਸੰਗਤ, ਪੁਰਾਣੇ ਜ਼ਮਾਨੇ ਦੀ ਗੱਲ ਹੈ। ਇੱਕ ਨਗਰ ਦਾ ਰਾਜਾ ਸੀ। ਰਾਜੇ ਦਾ ਨਾਮ ਸੀ ਬਲਵਾਨ। ਰਾਜਾ ਬਲਵਾਨ ਬਹੁਤ ਸਿਆਣਾ ਰਾਜਾ ਹੋਇਆ ਕਰਦਾ ਸੀ, ਪਰ ਹੌਲੀ ਹੌਲੀ ਜਿਵੇਂ ਵਰੇ ਬੀਤਦੇ ਜਾ ਰਹੇ ਸਨ, ਇਸ ਤਰ੍ਹਾਂ ਜਾਪਦਾ ਸੀ ਕਿ ਉਸਦੇ ਦਿਮਾਗ ਤੇ ਉਸਦੀ ਅਕਲ ਤੇ ਪਰਦਾ ਪੈ ਗਿਆ ਹੋਵੇ। ਬਹੁਤ ਛੋਟੀ ਉਮਰ ਦੇ ਵਿੱਚ ਰਾਜੇ ਬਲਵਾਨ ਦਾ ਵਿਆਹ ਹੋ ਗਿਆ, ਕਿਉਂਕਿ ਉਸਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਸਨ। ਉਸ ਦਾ ਸਭ ਤੋਂ ਪਹਿਲਾ ਵਿਆਹ ਕਮਲਾ ਦੇ ਨਾਲ ਹੋਇਆ। ਰਾਣੀ ਕਮਲਾ ਸੁਸ਼ੀਲ, ਸੁੰਦਰ ਅਤੇ ਸੰਸਕਾਰੀ ਸੁਭਾਅ ਦੀ ਸੀ। ਪਹਿਲੇ ਪਹਿਲ ਉਹ ਸਾਰਾ ਕੁਝ ਉਵੇਂ ਕਰਿਆ ਕਰਦੀ ਜਿਵੇਂ ਰਾਣੀਆਂ ਦੇ ਸੁਭਾਅ ਵਿੱਚ ਹੁੰਦਾ, ਪਰ ਹੌਲੀ ਹੌਲੀ ਜਿਵੇਂ ਜਿਵੇਂ ਸਮੇਂ ਬੀਤ ਰਹੇ ਸਨ, ਵਰੇ ਲੰਘ ਰਹੇ ਸਨ, ਜਿਵੇਂ ਜਿਵੇਂ ਉਸ ਨੂੰ ਇਹ ਜਾਪਣ ਲੱਗ ਪਿਆ ਸੀ ਕਿ ਸਾਡੇ ਘਰ ਔਲਾਦ ਨਹੀਂ ਹੋ ਰਹੀ, ਉਸੇ ਤਰੀਕੇ ਨਾਲ ਉਸ ਦਾ ਸੁਭਾਅ ਤਬਦੀਲ ਹੁੰਦਾ ਗਿਆ। 5-4 ਸਾਲਾਂ ਬਾਅਦ ਸਿਆਣੇ ਲੋਕਾਂ ਨੇ ਰਾਜੇ ਬਲਵਾਨ ਨੂੰ ਸਲਾਹ ਦਿੱਤੀ ਕਿ ਤੂੰ ਇੱਕ ਸ਼ਾਦੀ ਹੋਰ ਕਰ ਲੈ। ਰਾਜੇ ਦਾ ਦੂਜਾ ਵਿਆਹ ਰਾਣੀ ਸਰਵਭੂਮਾ ਦੇ ਨਾਲ ਕਰ ਦਿੱਤਾ ਗਿਆ। 2 ਕੁ ਵਰੇ ਬੀਤੇ, ਰਾਜੇ ਦਾ ਸੁਭਾਅ ਹੋਰ ਚਿੜਚਿੜਾ ਹੋ ਗਿਆ, ਕਿਉਂਕਿ ਪੁੱਤਰ ਦੀ ਦਾਤ ਜਾਂ ਪੁੱਤਰੀ ਦੀ ਦਾਤ ਉਹਨੂੰ ਅਜੇ ਵੀ ਪ੍ਰਾਪਤ ਨਹੀਂ ਸੀ ਹੋ ਰਹੀ। ਇੱਕ ਵਰਾ ਹੋਰ ਬੀਤਿਆ। ਇਸ ਤੋਂ ਬਾਅਦ ਉਸ ਨੂੰ ਫਿਰ ਇਹ ਰਾਏ ਦੇ ਦਿੱਤੀ ਗਈ ਕਿ ਇੱਕ ਵਿਆਹ ਤੂੰ ਹੋਰ ਕਰ ਲੈ। ਉਸਨੇ ਕਿਹਾ ਕਿ ਇਹ ਠੀਕ ਨਹੀਂ, ਤਾਂ ਉਸ ਨੂੰ ਦੱਸਿਆ ਕਿ ਇਹ ਰਾਜਿਆਂ ਦੀ ਫਿਤਰਤ ਹੁੰਦੀ ਹੈ, ਰਾਜਿਆਂ ਨੂੰ ਕੋਈ ਮਨਾਹੀ ਨਹੀਂ, ਰਾਜੇ ਵਿਆਹ ਕਰ ਸਕਦੇ ਨੇ। ਇਸ ਕਰਕੇ ਉਸਨੇ ਇੱਕ ਵਿਆਹ ਹੋਰ ਕਰ ਲਿਆ, ਕਿਉਂਕਿ ਕਿਤੇ ਨਾ ਕਿਤੇ ਪੁੱਤਰ ਮੋਹ ਉਸਦੇ ਅੰਦਰ ਵੀ ਬਹੁਤ ਸੀ। ਉਸਨੇ ਸਿਰਫ ਇੱਕੋ ਵਾਰੀ ਨਾ ਕੀਤੀ ਸੀ। ਉਸ ਤੋਂ ਬਾਅਦ ਉਸਨੇ ਖੁਦ ਕਿਹਾ ਕਿ ਹਾਂ, ਜੇਕਰ ਮੈਨੂੰ ਪੁੱਤਰ ਦੀ ਜਾਂ ਪੁੱਤਰੀ ਦੀ ਪ੍ਰਾਪਤੀ ਹੋ ਸਕਦੀ ਹੈ ਤਾਂ ਮੈਂ ਰਾਜੀ ਹਾਂ। 3 ਛੱਡੋ ਮੇਰੇ, ਚਾਹੇ 6 ਵਿਆਹ ਕਰ ਦਿਓ। ਬਹੁਤ ਥਾਵਾਂ ਤੇ ਗਿਆ, ਬਹੁਤ ਥਾਵਾਂ ਤੇ ਪੂਜਾ ਪਾਠ ਕਰਵਾਏ, ਘਰ ਵਿੱਚ ਯੱਗ ਹਵਨ ਤੇ ਹੋਰ ਪਤਾ ਨਹੀਂ ਕੀ ਕੀ ਕਰਵਾਇਆ। ਕੋਈ ਉਸਨੇ ਆਪਣੇ ਰਾਜ ਦੇ ਵਿੱਚ ਐਸੀ ਥਾਂ ਨਹੀਂ ਛੱਡੀ ਜਿੱਥੋਂ ਉਸ ਨੂੰ ਕਦੀ ਖਬਰ ਮਿਲੀ ਹੋਵੇ ਕਿ ਇੱਥੇ ਮੱਥਾ ਟੇਕਿਆਂ ਪੁੱਤਰ ਪ੍ਰਾਪਤੀ ਹੁੰਦੀ ਹੈ। ਹਰ ਉਸ ਥਾਂ ਤੇ ਉਹ ਗਿਆ। ਉਸਨੇ ਆਪਣੇ ਰਾਜ ਦੇ ਵਿੱਚ ਕਿਸੇ ਵੈਦ ਹਕੀਮ ਨੂੰ ਨਹੀਂ ਛੱਡਿਆ। ਹਰ ਇੱਕ ਵੈਦ ਹਕੀਮ ਨੇ ਰਾਜ ਦਰਬਾਰ ਆ ਕੇ ਉਸ ਨੂੰ ਭਾਂਤ ਭਾਂਤ ਦੀਆਂ ਦਵਾਈਆਂ ਦਿੱਤੀਆਂ, ਭਾਂਤ ਭਾਂਤ ਦੇ ਤਜਰਬੇ ਕੀਤੇ, ਪਰ ਕਿਸੇ ਨੂੰ ਸਫਲਤਾ ਨਾ ਮਿਲੀ। ਆਖਰਕਾਰ ਇੱਕ ਦੂਰ ਦੇਸ਼ ਤੋਂ ਕੋਈ ਵੈਦ ਆਇਆ, ਕੋਈ ਹਕੀਮ ਆਇਆ, ਭਾਸ਼ਾ ਕੋਈ ਹੋਰ ਬੋਲਦਾ ਸੀ। ਉਸ ਦੇ ਨਾਲ ਰਾਜੇ ਨੇ ਇੱਕ ਬੰਦਾ ਲਗਾ ਦਿੱਤਾ ਜੋ ਉਹਦੀ ਭਾਸ਼ਾ ਨੂੰ ਤਬਦੀਲ ਕਰਕੇ ਰਾਜੇ ਦੇ ਨਾਲ ਗੱਲਬਾਤ ਕਰਵਾ ਸਕੇ। ਉਸਨੇ ਰਾਜੇ ਨੂੰ ਸਾਰੀਆਂ ਰਾਣੀਆਂ ਨੂੰ ਕੋਈ ਐਸੀ ਦਵਾ ਦਿੱਤੀ। ਕੁਝ ਮਹੀਨਿਆਂ ਦੇ ਬਾਅਦ ਰਾਜੇ ਨੂੰ ਇਹ ਖਬਰ ਪ੍ਰਾਪਤ ਹੋਈ ਕਿ ਸਾਰਿਆਂ ਤੋਂ ਛੋਟੀ ਰਾਣੀ ਤੰਸੂ ਕਿਸੇ ਬੱਚੇ ਨੂੰ ਜਨਮ ਦੇਵੇਗੀ। ਰਾਜ ਦੇ ਵਿੱਚ ਖੁਸ਼ੀ ਫੈਲ ਗਈ। ਸਭ ਤੋਂ ਵੱਧ ਖੁਸ਼ ਹੋਇਆ ਉਹ ਰਾਜਾ ਖੁਸ਼ ਹੋ ਰਿਹਾ। ਜਿਵੇਂ ਜਿਵੇਂ ਮਹੀਨੇ ਬੀਤ ਰਹੇ, ਰਾਜੇ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਪਰ ਨਾਲ ਦੀ ਨਾਲ ਇੱਕ ਥਾਂ ਐਸੀ ਸੀ ਜਿੱਥੇ ਈਰਖਾ ਵੱਧ ਰਹੀ ਸੀ। ਦੂਜੀਆਂ ਰਾਣੀਆਂ ਬਹੁਤ ਦੁਖੀ ਹੋ ਰਹੀਆਂ ਸਨ। ਭਵਿੱਖ ਬਾਰੇ ਸੋਚ ਕੇ ਉਹ ਚਿੰਤਤ ਹੁੰਦੀਆਂ ਜਾ ਰਹੀਆਂ ਸਨ ਕਿ ਸਾਡਾ ਕੀ ਬਣੂਗਾ। ਜਦੋਂ ਰਾਣੀ ਤੰਸੂ ਨੇ ਇੱਕ ਬੱਚੇ ਨੂੰ ਜਨਮ ਦੇ ਦਿੱਤਾ ਤੇ ਰਾਜਾ ਤਾਂ ਸਾਡੇ ਤੋਂ ਮੋਹ ਭੰਗ ਕਰ ਲਵੇਗਾ, ਸਾਡੀ ਹਾਲਤ ਤਾਂ ਦਾਸੀਆਂ ਵਰਗੀ ਹੋ ਜਾਵੇਗੀ। ਇਸੇ ਦੇ ਚੱਲਦਿਆਂ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਰਾਜ ਪੁਰੋਹਿਤ ਨੂੰ ਸੱਦ ਲਿਆ। ਰਾਜ ਪੁਰੋਹਿਤ ਇੱਕ ਮੂਰਖ ਕਿਸਮ ਦਾ ਇਨਸਾਨ ਸੀ। ਦਰਅਸਲ ਹੋਇਆ ਇਹ ਸੀ, ਜਦੋਂ ਰਾਜਾ ਨਿਰਾਸ਼ ਸੀ, ਜਦੋਂ ਰਾਜੇ ਦੇ ਘਰ ਕੋਈ ਔਲਾਦ ਨਹੀਂ ਸੀ ਹੋ ਰਹੀ, ਉਸਨੇ ਬਹੁਤ ਸਾਰੇ ਮੂਰਖਾਂ ਨੂੰ ਆਪਣੀ ਸੈਨਾ ਦੇ ਵਿੱਚ, ਆਪਣੇ ਦਰਬਾਰ ਦੇ ਵਿੱਚ ਭਰਤੀ ਕਰ ਲਿਆ ਸੀ। ਸਭ ਤੋਂ ਮਾੜੇ ਫੈਸਲੇ ਉਸਨੇ ਉਸ ਦੌਰ 'ਚ ਲਏ ਸੀ ਜਦੋਂ ਉਹ ਨਿਰਾਸ਼ ਰਿਹਾ ਕਰਦਾ ਸੀ, ਜਦੋਂ ਉਸਨੂੰ ਲੱਗਦਾ ਸੀ ਕਿ ਮੇਰਾ ਭਵਿੱਖ ਅੱਗੇ ਵਧੇਗਾ ਨਹੀਂ। ਉਦੋਂ ਉਸਨੇ ਇੱਕ ਮੂਰਖ ਸਲਾਹਕਾਰ ਭਰਤੀ ਕੀਤਾ ਸੀ, ਇੱਕ ਮੂਰਖ ਪੁਰੋਹਿਤ ਅਤੇ ਇੱਕ ਮੂਰਖ ਰੱਖਿਆ ਮੰਤਰੀ ਉਸਨੇ ਰੱਖ ਲਿਆ ਸੀ, ਕਿਉਂਕਿ ਉਹ ਬਿਨਾਂ ਸੋਚੇ ਸਮਝੇ ਫੈਸਲੇ ਕਰ ਲਿਆ ਸੀ। ਇਸ ਵੇਲੇ ਦੂਜੀਆਂ 2 ਰਾਣੀਆਂ, ਰਾਣੀ ਕਮਲਾ ਤੇ ਰਾਣੀ ਸਰਵਭੂਮਾ ਨੇ ਉਸ ਪੁਰੋਹਿਤ ਨੂੰ ਕੋਲ ਸੱਦਿਆ, ਉਸਦੀ ਆਓ ਭਗਤ ਕੀਤੀ ਤੇ ਕਿਹਾ, ਦੇਖ, ਜੇਕਰ ਇਹ ਬੱਚਾ ਜਨਮ ਲੈਂਦਾ ਤਾਂ ਸਾਡੀ ਜਿਹੜੀ ਕਦਰ ਹੈ ਉਹ ਕਦੀ ਨਹੀਂ ਹੋਣੀ। ਸਾਨੂੰ ਕੋਈ ਢੰਗ ਤਰੀਕਾ ਦੱਸ। ਅਸੀਂ ਚਾਹੁੰਦੇ ਹਾਂ ਕਿ ਰਾਣੀ ਤੰਸੂ ਤੋਂ ਛੁਟਕਾਰਾ ਮਿਲ ਜਾਵੇ, ਚਾਹੇ ਇਸ ਦਾ ਕਤਲ ਕਰਵਾ, ਚਾਹੇ ਇਸ ਨੂੰ ਦੇਸ ਨਿਕਾਲਾ ਦੇ ਦੇ। ਹੁਣ ਉਹ ਪੁਰੋਹਿਤ ਸੀ, ਮੂਰਖ ਜ਼ਰੂਰ ਸੀ, ਪਰ ਉਹ ਚੰਗਾ ਮਾੜਾ ਸਮਝਦਾ ਸੀ। ਉਹ ਇੱਕਦਮ ਡਰ ਗਿਆ। ਉਹ ਕਹਿੰਦਾ, ਮੈਂ ਇਹ ਪਾਪ ਨਹੀਂ ਕਰ ਸਕਦਾ, ਬਹੁਤ ਵੱਡਾ ਇਹ ਪਾਪ ਹੋਵੇਗਾ। ਮਸਾਂ ਰਾਜੇ ਦੇ ਘਰ ਕਿਸੇ ਨੇ ਜਨਮ ਲੈਣਾ, ਮੈਂ ਇਹ ਗਲਤੀ ਨਹੀਂ ਕਰਾਂਗਾ। ਪਰ ਦੁਬਾਰਾ ਉਹਨਾਂ ਨੇ ਕੀ ਕੀਤਾ, ਪ੍ਰਸਤਾਵ ਬਦਲ ਕੇ ਪੇਸ਼ ਕਰ ਦਿੱਤਾ। ਉਹਨਾਂ ਕਿਹਾ ਕਿ ਅਸੀਂ ਤੈਨੂੰ 1 ਲੱਖ ਸੋਨੇ ਦੀਆਂ ਮੋਹਰਾਂ ਧਨ ਦੇ ਰੂਪ ਵਿੱਚ ਦਿਆਂਗੇ, ਇਸ ਸਮੱਸਿਆ ਤੋਂ ਛੁਟਕਾਰਾ ਦਿਵਾ ਦੇ। ਧਨ ਦਾ ਨਾਮ ਸੁਣਦਿਆਂ ਹੀ ਉਹ ਤਿਲਕ ਗਿਆ। ਉਸਨੇ ਅਗਲੇ ਦਿਨ ਹੀ ਜਾ ਕੇ ਰਾਜੇ ਦੇ ਐਸੇ ਕੰਨ ਭਰੇ, ਕਹਿੰਦਾ ਕਿ ਮੈਂ ਭਵਿੱਖਬਾਣੀ ਕਰ ਰਿਹਾ ਹਾਂ। ਜਿਵੇਂ ਕਿ ਮੈਂ ਦੇਖ ਰਿਹਾ ਹਾਂ, ਤੁਹਾਨੂੰ ਪਤਾ ਹੈ ਮੈਂ ਭਵਿੱਖ ਦੇਖ ਸਕਦਾ ਹਾਂ। ਤੁਹਾਡੇ ਘਰ ਪੁੱਤਰ ਨਹੀਂ ਜਨਮ ਲੈਣਾ। ਪੁੱਤਰ ਨੂੰ ਦੇਖਦਿਆਂ ਤੁਹਾਡੀਆਂ ਅੱਖਾਂ ਚਲੀਆਂ ਜਾਣੀਆਂ। ਜਦੋਂ ਪੁੱਤਰ 2-3 ਵਰਿਆਂ ਦਾ ਹੋਇਆ, ਤੁਹਾਡੀ ਵਿਰੋਧੀ ਰਾਜਾ ਨੇ ਆ ਕੇ ਹੱਤਿਆ ਕਰ ਦੇਣੀ ਹੈ। ਉਹ ਕਹਿੰਦਾ ਕਿ ਮੈਂ ਕੀ ਕਰਾਂ। ਉਹ ਕਹਿੰਦਾ ਕਿ ਇਸ ਤਰ੍ਹਾਂ ਕਰ। ਪੁਰੋਹਿਤ ਨੇ ਉਹਨੂੰ ਉੱਤਰ ਦਿੱਤਾ ਕਿ ਦੂਰ ਉਸ ਨੂੰ ਕਿਤੇ ਛੱਡਿਆ, ਕਿਸੇ ਐਸੇ ਜੰਗਲ 'ਚ ਜਿੱਥੋਂ ਉਹ ਵਾਪਿਸ ਨਾ ਆ ਸਕੇ। ਪੁੱਤਰ ਵੀ ਜਨਮ ਲੈ ਲਵੇਗਾ, ਤੁਹਾਡਾ ਪੁੱਤਰ ਵੱਡਾ ਵੀ ਹੋ ਜਾਵੇਗਾ
ਤੇ ਤੁਹਾਡੀ ਜਿਹੜੀ ਸਮੱਸਿਆ ਹੈ ਉਹ ਟਲ ਵੀ ਜਾਵੇਗੀ। ਰਾਜੇ ਨੇ ਉਸੇ ਤਰ੍ਹਾਂ ਕੀਤਾ। ਰਾਜਾ ਉਸ ਨੂੰ ਘੁਮਾਉਣ ਦੇ ਬਹਾਨੇ ਲੈ ਗਿਆ, ਦੂਰ ਕਿਤੇ ਜੰਗਲਾਂ ਵੱਲ ਨਿਕਲ ਗਿਆ, ਉੱਥੇ ਛੱਡ ਦਿੱਤਾ। ਰਾਣੀ ਤੰਸੂ ਰੋਈ ਕਰਲਾਈ ਜਦੋਂ ਉਸ ਨੂੰ ਪਤਾ ਲੱਗਿਆ ਕਿ ਰਾਜਾ ਮੈਨੂੰ ਛੱਡ ਕੇ ਚਲਾ ਗਿਆ। ਉਹ ਰਸਤਾ ਲੱਭਦੀ ਲੱਭਦੀ ਜੰਗਲ ਤੋਂ ਬਾਹਰ ਵੱਲ ਜਾ ਰਹੀ ਸੀ, ਹੋਰ ਅੰਦਰ ਨੂੰ ਚਲੀ ਗਈ। ਅੰਦਰ ਉਸ ਨੂੰ ਇੱਕ ਸਾਧੂ ਮਹਾਰਾਜ ਦੀ ਕੁਟੀਆ ਦਿਸੀ, ਜਿੱਥੇ ਕੁਝ ਵਿਦਿਆਰਥੀ ਸਨ ਤੇ ਇੱਕ ਸਾਧੂ ਮਹਾਰਾਜ। ਉੱਥੇ ਔਰਤ ਨੂੰ ਦੇਖ ਕੇ ਸਾਧੂ ਮਹਾਰਾਜ ਇੱਕਦਮ ਹੈਰਾਨ ਹੋਏ, ਪਰ ਉਹਨਾਂ ਨੂੰ ਜਦੋਂ ਸਾਰੀ ਕਹਾਣੀ ਦੱਸੀ ਰਾਣੀ ਤੰਸੂ ਨੇ, ਉਹਨਾਂ ਨੇ ਰਾਣੀ ਨੂੰ ਕੋਲ ਪਨਾਹ ਦਿੱਤੀ। ਰਾਣੀ ਦੇ ਘਰ ਕੁਝ ਮਹੀਨਿਆਂ ਬਾਅਦ ਹੀ ਇੱਕ ਬੱਚੇ ਨੇ ਜਨਮ ਲਿਆ। ਉਸ ਸਾਧੂ ਮਹਾਰਾਜ ਨੇ ਬੱਚੇ ਦਾ ਨਾਮ ਅਭੇਦ ਰੱਖ ਦਿੱਤਾ। 15 ਵਰ੍ਹਿਆਂ ਤੱਕ ਉਸ ਨੂੰ ਆਪਣੇ ਕੋਲ ਸਿੱਖਿਆ ਦਿੱਤੀ, ਹਰ ਇੱਕ ਕਲਾ ਦਾ ਮਾਹਿਰ ਬਣਾ ਦਿੱਤਾ। ਹੌਲੀ ਹੌਲੀ ਉਹ ਸਾਧੂ ਮਹਾਰਾਜ ਦਾ ਸਮਾਂ ਆ ਗਿਆ ਜਹਾਨੋਂ ਰੁਖਸਤ ਹੋਣ ਦਾ। ਉਦੋਂ ਤੱਕ ਉਹ ਬੱਚਾ ਅਭੇਦ ਨਾਮ ਦਾ, ਉਹਨੂੰ ਕਾਫੀ ਸਾਰੀ ਜਾਣਕਾਰੀ ਇਕੱਤਰ ਹੋ ਗਈ ਸੀ। ਜਾਣ ਵੇਲੇ ਸਾਧੂ ਮਹਾਰਾਜ ਨੇ ਕਿਹਾ ਕਿ ਲੈ ਭਾਈ, ਮੈਂ 2 ਚੀਜ਼ਾਂ ਤੇਰੇ ਲਈ ਛੱਡ ਕੇ ਚੱਲਿਆ ਹਾਂ। ਮੈਂ ਤੈਨੂੰ ਪੁੱਤਰਾਂ ਵਾਂਗ ਪਿਆਰ ਕੀਤਾ ਤੇ ਇਹ 2 ਚੀਜ਼ਾਂ ਬਹੁਤ ਅਥਾਹ ਤੇਰੀ ਜ਼ਿੰਦਗੀ ਦੇ ਵਿੱਚ ਮਹੱਤਤਾ ਰੱਖਣਗੀਆਂ। ਇੱਕ ਆ ਤੀਰ, ਇਹ ਤੀਰ ਆਮ ਤੀਰ ਨਹੀਂ, ਸਧਾਰਨ ਤੀਰ ਨਹੀਂ। ਜਿਸ ਪਾਸੇ ਨੂੰ ਕਰਕੇ ਇਸ ਦਾ ਨਿਸ਼ਾਨਾ ਛੱਡ ਦੇਵੇਂਗਾ, ਉਸ ਪਾਸੇ ਨੂੰ ਤੇਰਾ ਮਿੱਥਿਆ ਹੋਇਆ ਨਿਸ਼ਾਨਾ ਜੋ ਤੇਰੇ ਦਿਮਾਗ ਵਿੱਚ ਹੋਵੇਗਾ ਉਹਨੂੰ ਜਾ ਕੇ ਵਿੰਨ ਦੇਵੇਗਾ, ਕੁਛ ਮਰਜ਼ੀ ਹੋਵੇ, ਵੱਡੇ ਤੋਂ ਵੱਡਾ ਹੋਵੇ, ਵਿਸ਼ਾਲ ਤੋਂ ਵਿਸ਼ਾਲ। ਦੂਜੀ ਇਹ ਥੈਲੀ ਹੈ। ਇਸ ਥੈਲੀ ਨੂੰ ਜਦੋਂ ਵੀ ਤੂੰ ਬੋਲ ਕੇ ਦਿਨ ਵਿੱਚ ਇੱਕ ਵਾਰ ਜਿਹੜੀ ਚੀਜ਼ ਮੰਗ ਲਵੇਂਗਾ ਤੇਰੇ ਅੱਗੇ ਹਾਜ਼ਰ ਕਰ ਦਿਓਗੀ। ਇੰਨੀ ਗੱਲ ਕਹਿ ਕੇ ਉਹ ਅਕਾਲ ਚਲਾਣਾ ਕਰ ਗਿਆ। ਰਸਮਾਂ ਦੇ ਨਾਲ ਉਹਨਾਂ ਨੂੰ ਇਸ ਜਹਾਨੋਂ ਵਿਦਾ ਕੀਤਾ ਗਿਆ। ਫਿਰ ਉਹਨਾਂ ਨੇ ਸੋਚਿਆ ਕਿ ਹੁਣ ਜੰਗਲ ਵਿੱਚ ਸਾਡਾ ਕੋਈ ਨਹੀਂ, ਤਾਂ ਦੁਬਾਰਾ ਰਾਣੀ ਤੰਸੂ ਨੇ ਉਸ ਰਾਜ ਵੱਲ ਜਾ ਕੇ ਇੱਕ ਪਾਸੇ ਜੇ ਘਰ ਬਣਾ ਲਿਆ, ਘਰ ਖਰੀਦ ਲਿਆ। ਉਧਰ ਦੂਜੇ ਪਾਸੇ ਕੀ ਹੋਇਆ, ਰਾਜਾ ਸਿਰਫ ਇੱਕੋ ਰਾਣੀ ਦੇ ਇਸ਼ਾਰਿਆਂ ਤੇ ਨੱਚਣ ਲੱਗਾ, ਰਾਣੀ ਸਰਵਭੂਮਾ ਦੇ ਇਸ਼ਾਰਿਆਂ ਤੇ। ਰਾਣੀ ਕਮਲਾ ਨੂੰ ਇਹ ਗੱਲ ਗਵਾਰਾ ਨਹੀਂ ਸੀ ਗੁਜ਼ਰਦੀ। ਰਾਣੀ ਸਰਵਭੂਮਾ ਦੇ ਇਸ਼ਾਰਿਆਂ ਤੇ ਨੱਚਦਾ ਰਾਜਾ ਪਾਗਲ ਹੀ ਹੋ ਗਿਆ। ਉਹਨੇ ਰਾਜ ਦਰਬਾਰ ਵੀ ਜਾਣਾ ਛੱਡ ਦਿੱਤਾ, ਸਾਰਾ ਕੁਝ ਦਰਬਾਰੀਆਂ ਦੇ ਆਸਰੇ, ਸਾਰਾ ਕੁਝ ਮੰਤਰੀਆਂ ਦੇ ਆਸਰੇ। ਰਾਣੀ ਕਮਲਾ ਨੂੰ ਕਦੀ ਇਹ ਗੱਲ ਪਸੰਦ ਨਹੀਂ ਆਈ ਕਿ ਸਰਵਭੂਮਾ ਰਾਜੇ ਨੂੰ ਆਪਣੇ ਵੱਸ ਵਿੱਚ ਕਰਕੇ ਬੈਠੀ ਹੈ। ਰਾਣੀ ਕਮਲਾ ਨੇ ਰੱਖਿਆ ਮੰਤਰੀ ਨੂੰ ਕਿਹਾ ਕਿ ਵਿਰੋਧੀ ਰਾਜੇ ਤੱਕ ਆਪਣੇ ਸਾਰੇ ਅੰਦਰਲੇ ਜਿੰਨੇ ਵੀ ਰਾਜ ਨੇ, ਗੁਪਤ ਚੀਜ਼ਾਂ ਨੇ, ਉਹ ਪਹੁੰਚਾ ਦਿਓ। ਵਿਰੋਧੀ ਰਾਜੇ ਨੂੰ ਦੱਸੋ ਕਿ ਇੰਨੀ ਤਰੀਕ ਨੂੰ ਆ ਕੇ ਰਾਜ ਉੱਤੇ ਹਮਲਾ ਕਰ ਦੇ, ਸਾਰਾ ਰਾਜ ਵੀ ਜਿੱਤ ਲੈ ਤੇ ਰਾਣੀ ਕਮਲਾ ਨੂੰ ਵੀ ਜਿੱਤ ਲੈ। ਰੱਖਿਆ ਮੰਤਰੀ ਨੂੰ ਗੱਲ ਠੀਕ ਲੱਗੀ, ਕਿਉਂਕਿ ਰੱਖਿਆ ਮੰਤਰੀ ਨੂੰ ਰਾਣੀ ਕਮਲਾ ਨੇ ਕਿਹਾ ਸੀ ਕਿ ਧਨ ਦਾ ਇੱਕ ਵੱਡਾ ਹਿੱਸਾ ਤੈਨੂੰ ਦਵਾ ਦਿਆਂਗੀ। ਸਮਾਂ ਆ ਗਿਆ, ਰਾਜ ਦੇ ਉੱਤੇ ਹਮਲਾ ਹੋ ਗਿਆ। ਰਾਜ ਦੇ ਉੱਤੇ ਹਮਲਾ ਹੋਇਆ। ਉਸ ਤੋਂ ਪਹਿਲਾਂ ਰੱਖਿਆ ਮੰਤਰੀ ਨੇ ਇੱਕ ਗੱਲ ਸੈਨਾਪਤੀ ਨੂੰ ਜਾ ਕੇ ਕਹੀ ਸੀ ਕਿ ਜਦੋਂ ਮੈਂ ਤੁਹਾਨੂੰ ਕਹਾਂਗਾ ਉਦੋਂ ਤੁਹਾਨੂੰ ਹਥਿਆਰ ਸੁੱਟਣੇ ਪੈਣਗੇ। ਸੈਨਾਪਤੀ ਸਮਝ ਗਿਆ ਕਿ ਸਾਰੀ ਇਹ ਮਿਲੀ ਭੁਗਤ ਚੱਲ ਰਹੀ ਹੈ। ਜਦੋਂ ਰਾਜ ਦੇ ਉੱਤੇ ਹਮਲਾ ਹੋਇਆ, ਸੈਨਾਪਤੀ ਹਥਿਆਰ ਸੁੱਟਣ ਦੇ ਲਈ ਮੁੱਕਰ ਗਿਆ। ਅੱਗੋਂ ਡਟ ਕੇ ਮੁਕਾਬਲਾ ਕਰਨ ਲੱਗੇ। ਮੁਕਾਬਲਾ ਤਗੜਾ ਹੁੰਦਾ ਗਿਆ, ਪਰ ਰੱਖਿਆ ਮੰਤਰੀ ਨੇ ਆ ਕੇ ਸੈਨਾਪਤੀ ਦੇ ਗਰਦਨ ਦੇ ਉੱਤੇ ਤਲਵਾਰ ਰੱਖ ਲਈ ਤੇ ਆਪਣੇ ਸੈਨਿਕਾਂ ਤੋਂ ਹਥਿਆਰ ਛੁਡਵਾ ਦਿੱਤੇ। ਰਾਜਾ ਇਹ ਸਭ ਕੁਝ ਦੇਖ ਕੇ ਹੈਰਾਨ ਸੀ। ਰਾਜੇ ਦਾ ਨਾਮ ਬਲਵਾਨ ਸੀ, ਪਰ ਇਸ ਵੇਲੇ ਉਸ ਦੀ ਹਾਲਤ ਤਰਸਯੋਗ ਹੋ ਗਈ। ਰਾਜੇ ਬਲਵਾਨ ਨੂੰ ਹਥਿਆਰ ਸੁੱਟਣ ਲਈ ਕਿਹਾ ਗਿਆ। ਤਿੰਨਾਂ ਪਾਸਿਆਂ ਤੋਂ ਉਸ ਨੂੰ ਫੌਜ ਨੇ ਘੇਰਾ ਪਾ ਲਿਆ, ਸਿਰਫ ਪਿਛਲੇ ਪਾਸੇ ਤੋਂ ਅਜੇ ਘੇਰਨਾ ਬਾਕੀ ਸੀ। ਉਹਨੇ ਨੂੰ ਇੱਕ ਬੱਚਾ ਬੜੀ ਤੇਜ਼ੀ ਦੇ ਨਾਲ ਭੱਜ ਕੇ ਰਾਜੇ ਦੇ ਕੋਲ ਆਇਆ। ਰਾਜੇ ਨੂੰ ਕਹਿੰਦਾ ਕਿ ਹਥਿਆਰ ਚੁੱਕ। ਰਾਜਾ ਸਮਝ ਨਹੀਂ ਪਾ ਰਿਹਾ ਕਿ ਬੱਚਾ ਕੌਣ ਹੈ। ਸੈਨਾ ਦਾ ਤਾਂ ਨਹੀਂ ਲੱਗਦਾ। ਬੱਚਾ ਨਹੀਂ ਸੀ, ਦਰਅਸਲ ਉਹ ਇੱਕ 20-21 ਸਾਲ ਦਾ ਨੌਜਵਾਨ ਸੀ। ਅਚਾਨਕ ਉਸਨੇ 2-3 ਵਾਰ ਜਦੋਂ ਕਿਹਾ ਕਿ ਹਥਿਆਰ ਚੁੱਕ, ਰਾਜਾ ਬਲਵਾਨ ਸਮਝਣ ਵਿੱਚ ਅਸਮਰੱਥ ਸੀ। ਜਦੋਂ ਰਾਜਾ ਨੌਜਵਾਨ ਦੀ ਗੱਲ ਨਹੀਂ ਸੀ ਸੁਣ ਰਿਹਾ ਤਾਂ ਉਸ ਨੌਜਵਾਨ ਨੇ ਰਾਜੇ ਤੋਂ ਕਮਾਨ ਖੋਹ ਕੇ ਆਪਣਾ ਤੀਰ ਕੱਢਿਆ ਤੇ ਹਵਾ ਦੇ ਵਿੱਚ ਚਲਾ ਦਿੱਤਾ। ਜਾ ਕੇ ਸਿੱਧਾ ਵਿਰੋਧੀ ਰਾਜੇ ਨੂੰ ਲੱਗਿਆ। ਵਿਰੋਧੀ ਰਾਜਾ ਉੱਥੇ ਹੀ ਮਰ ਗਿਆ। ਤੀਰ ਵਾਪਸ ਉਸ ਨੌਜਵਾਨ ਦੇ ਹੱਥ ਆ ਗਿਆ। ਉਸਨੇ ਇੱਕ ਵਾਰ ਫਿਰ ਹਵਾ ਦੇ ਵਿੱਚ ਤੀਰ ਚਲਾ ਦਿੱਤਾ ਤੇ ਵਿਰੋਧੀ ਸੈਨਾ ਦੇ ਘੱਟੋ ਘੱਟ 1000 ਸੈਨਿਕ ਮਾਰੇ ਗਏ। ਇਹ ਸਭ ਕੁਝ ਜਦੋਂ ਹੋ ਰਿਹਾ ਸੀ, ਇੱਕਦਮ ਲੋਕਾਂ ਨੂੰ ਲੱਗਿਆ ਕਿ ਇਹ ਬੜਾ ਵੱਡਾ ਕ੍ਰਿਸ਼ਮਾ ਹੈ। ਸੈਨਾ ਭੱਜ ਉੱਠੀ। ਵਿਰੋਧੀ ਰਾਜ ਦੀ ਸੈਨਾ ਪਿੱਛੇ ਨੂੰ ਭੱਜ ਗਈ ਤੇ ਰਾਜੇ ਨੂੰ ਬਹੁਤ ਖੁਸ਼ੀ ਹੋਈ ਕਿ ਇਸ ਨੌਜਵਾਨ ਨੇ ਮੈਨੂੰ ਬਚਾ ਲਿਆ। ਰਾਜੇ ਨੇ ਉਸ ਨੌਜਵਾਨ ਨੂੰ ਆਪਣੇ ਰਾਜ ਦਰਬਾਰ ਜਾ ਕੇ ਸਨਮਾਨਿਤ ਕੀਤਾ ਤੇ ਪੁੱਛਿਆ ਕਿ ਭਾਈ ਤੂੰ ਕੌਣ ਹੈ, ਤੇਰਾ ਮਾਂ ਕੌਣ ਹੈ, ਤੇਰਾ ਪਿਓ ਕੌਣ ਹੈ। ਉਹ ਦੱਸਦਾ ਹੈ ਕਿ ਮੇਰੀ ਮਾਂ ਦਾ ਨਾਮ ਤੰਸੂ ਹੈ, ਮੈਨੂੰ ਮੇਰੇ ਪਿਓ ਦਾ ਨਾਮ ਅਜੇ ਤੱਕ ਨਹੀਂ ਦੱਸਿਆ ਗਿਆ। ਜਦੋਂ ਪਿਓ ਦਾ ਨਾਮ ਪੁੱਛਦਾ ਤਾਂ ਅੱਗੋਂ ਆਨਾਕਾਨੀ ਕਰਦੇ। ਇੰਨੀ ਗੱਲ ਕਹਿੰਦਿਆਂ ਉਹ ਭਾਵਕ ਹੋ ਗਿਆ। ਰਾਜੇ ਨੇ ਕਿਹਾ ਕਿ ਤੂੰ ਤੰਸੂ ਦੇ ਕੁੱਖੋਂ ਜੇ ਜਨਮ ਲਿਆ, ਕੌਣ ਹੈ ਤੰਸੂ, ਮੈਂ ਉਸ ਦੇ ਦਰਸ਼ਨ ਕਰਨਾ ਚਾਹੁੰਦਾ। ਇੰਨੀ ਕੋਈ ਮਹਾਨ ਰੂਹ ਹੋਵੇਗੀ। ਇੰਨੀ ਗੱਲ ਕਹਿ ਕੇ ਰਾਜੇ ਨੇ ਰੱਥ ਦੇ ਉੱਪਰ ਸਵਾਰੀ ਸ਼ੁਰੂ ਕੀਤੀ। ਉਸ ਬੱਚੇ ਨੂੰ ਨਾਲ ਲਿਆ ਤੇ ਉਸ ਪਾਸੇ ਨੂੰ ਚਾਲੇ ਪਾ ਦਿੱਤੇ ਜਿੱਧਰ ਨੂੰ ਅਭੇਦ ਉਸ ਨੂੰ ਨਾਲ ਲੈ ਗਿਆ। ਉੱਥੇ ਜਾ ਕੇ ਜਦੋਂ ਤੰਸੂ ਨੂੰ ਦੇਖਿਆ ਤੇ ਉਸਦੇ ਚਰਨੀ ਪੈ ਗਿਆ, ਗਿੜਗਿੜਾਉਣ ਲੱਗਿਆ, ਮਾਫੀਆਂ ਮੰਗਣ ਲੱਗਿਆ ਕਿ ਮੇਰੇ ਤੋਂ ਵੱਡੀ ਗਲਤੀ ਹੋਈ ਹੈ, ਮੈਂ ਬਹੁਤ ਵੱਡਾ ਪਾਪ ਕਰ ਬੈਠਾ। ਇਹ ਸਭ ਕੁਝ ਜਦੋਂ ਉਸ ਦੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਸੀ ਅਭੇਦ ਦੀਆਂ ਦੇ, ਉਸ ਨੂੰ ਪਤਾ ਲੱਗ ਗਿਆ ਕਿ ਬਲਵਾਨ ਮੇਰੇ ਪਿਓ ਦਾ ਨਾਮ ਹੈ। ਉਸਨੇ ਵਿੱਚ ਪੈ ਕੇ ਕਿਹਾ ਕਿ ਠੀਕ ਹੈ,
ਕੰਸੂ ਨੇ ਵੀ ਉਸ ਨੂੰ ਉਦੋਂ ਤੱਕ ਮਾਫ ਕਰ ਦਿੱਤਾ ਸੀ। ਅਭੇਦ ਕਹਿੰਦਾ ਕਿ ਠੀਕ ਹੈ, ਮੇਰੀ ਮਾਂ ਤੁਹਾਡੇ ਨਾਲ ਜਾਏਗੀ, ਪਰ ਮੇਰੀ ਇੱਕ ਸ਼ਰਤ ਹੈ, ਇਸ ਰੱਥ ਦੇ ਵਿੱਚ ਘੋੜਾ ਨਹੀਂ ਜੁੜੇਗਾ। ਘੋੜੇ ਦੀ ਥਾਂ ਤੇ ਤੁਸੀਂ ਇਸ ਰੱਥ ਨੂੰ ਲੈ ਕੇ ਜਾਵੋਗੇ ਤੇ ਮੇਰੀ ਮਾਂ ਇਸ ਰੱਥ ਦੀ ਸਵਾਰੀ ਕਰੇਗੀ ਤੇ ਨੇੜੇ ਤੇੜੇ ਦੇ ਜਿੰਨੇ ਵੀ ਨਗਰ ਨੇ ਤੁਹਾਡੇ ਰਾਜ ਦੇ, ਉਹਨਾਂ ਦੇ ਵਿੱਚ ਦੀ ਹੁੰਦੇ ਹੋਏ ਤੁਹਾਨੂੰ ਜਾਣਾ ਪਵੇਗਾ। ਰਾਜਾ ਕਹਿੰਦਾ ਮੈਨੂੰ ਮਨਜ਼ੂਰ ਹੈ। ਜੋ ਕੁਛ ਅੱਜ ਮੇਰੇ ਨਾਲ ਵਾਪਰਿਆ, ਜੋ ਕੁਛ ਮੈਂ ਦੇਖਿਆ ਹੈ, ਮੈਨੂੰ ਸਮਝ ਆ ਗਈ ਹੈ। ਮੈਨੂੰ ਪਤਾ ਲੱਗਿਆ ਕਿ ਮੇਰੇ ਨਾਲ ਵਿਸ਼ਵਾਸਘਾਤ ਹੋਇਆ। ਮੈਂ ਆਪਣੀ ਗਲਤੀ ਨੂੰ ਸੁਧਾਰਨਾ ਚਾਹੁੰਦਾ। ਸੋ ਕਹਾਣੀਕਾਰ ਇਸ ਕਹਾਣੀ ਦੇ ਰਾਹੀਂ ਸਾਨੂੰ 1-2 ਨਹੀਂ ਬਲਕਿ 4-5 ਵੱਡੀਆਂ ਸਿੱਖਿਆਵਾਂ ਦਿੰਦਾ ਹੈ। ਸਭ ਤੋਂ ਪਹਿਲੀ ਸਿੱਖਿਆ ਸਾਨੂੰ ਕਹਾਣੀਕਾਰ ਇਹ ਦਿੰਦਾ ਹੈ ਕਿ ਇੱਕ ਵਸਤੂ, ਸ਼ੈ ਜਾਂ ਇਨਸਾਨ ਦੇ ਮੋਹ ਵਿੱਚ ਕਦੇ ਵੀ ਪਾਗਲ ਨਾ ਹੋ ਜਾਵੋ। ਕਦੇ ਵੀ ਉਸ ਚੀਜ਼ ਦੇ ਪਿੱਛੇ ਨਾ ਪੈ ਜਾਵੋ, ਤੁਹਾਡਾ ਜ਼ਰੂਰ ਨੁਕਸਾਨ ਹੋ ਜਾਵੇਗਾ। ਦੂਸਰੀ ਸਭ ਤੋਂ ਵੱਡੀ ਸਿੱਖਿਆ ਇਹ ਕਿ ਹਰ ਇੱਕ ਮਨੁੱਖ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨਾ ਬਹੁਤਾ ਠੀਕ ਨਹੀਂ। ਆਪਣੇ ਦਿਮਾਗ ਦੀ ਵਰਤੋਂ ਕਰਨੀ ਬੇਹੱਦ ਜ਼ਰੂਰੀ ਹੈ। ਤੀਸਰਾ, ਪਰਿਵਾਰ ਦੇ ਨਾਲ ਹਰ ਇੱਕ ਗੱਲ ਸਾਂਝੀ ਕਰੋ। ਘੱਟੋ ਘੱਟ ਹਰੇਕ ਪਰਿਵਾਰ ਦੇ ਮੈਂਬਰ ਨੂੰ ਤੁਸੀਂ ਬਰਾਬਰ ਦਾ ਸਮਝੋ। ਪਰਿਵਾਰ ਦੇ ਸਦੱਸਿਆਂ ਨੂੰ ਇਹ ਨਹੀਂ ਕਿ ਫਲਾਣਾ ਮੇਰੇ ਦਿਲ ਦੇ ਕਰੀਬ ਹੈ, ਫਲਾਣਾ ਦੂਰ ਹੈ, ਇੱਕ ਦੇ ਨਾਲ ਤੁਸੀਂ ਗੱਲਾਂ ਸਾਂਝੀਆਂ ਕਰ ਰਹੇ ਹੋ, ਦੂਜੇ ਦੇ ਕੋਲੋਂ ਪਰਦੇ ਰੱਖ ਰਹੇ ਹੋ। ਨਹੀਂ, ਬਿਲਕੁਲ ਗਲਤ ਹੈ। ਇਸ ਦੇ ਵੀ ਨਤੀਜੇ ਬਹੁਤ ਮਾੜੇ ਨਿਕਲਦੇ ਹਨ। ਚੌਥਾ, ਈਰਖਾ ਹਮੇਸ਼ਾ ਹੀ ਘਾਤਕ ਸਿੱਧ ਹੁੰਦੀ ਹੈ। ਜਿਵੇਂ ਈਰਖਾ ਪਹਿਲਾਂ 2 ਰਾਣੀਆਂ ਨੂੰ ਤੇ ਫਿਰ ਅੰਤ ਦੇ ਵਿੱਚ ਸਰਵਭੂਮਾ ਨੂੰ ਘਾਤਕ ਸਿੱਧ ਹੋਈ ਸੀ, ਕਿਉਂਕਿ ਕਮਲਾ ਨੇ ਰਾਜ ਦੇ ਉੱਤੇ ਹਮਲਾ ਕਰਵਾ ਦਿੱਤਾ ਸੀ। ਇਸੇ ਕਰਕੇ ਜਿਸ ਪਰਿਵਾਰ ਦੇ ਵਿੱਚ ਈਰਖਾ ਹੈ ਉਹ ਕਦੀ ਤੁਹਾਨੂੰ ਫਾਇਦਾ ਨਹੀਂ ਦੇ ਸਕਦੀ, ਹਮੇਸ਼ਾ ਉਸ ਨੇ ਨੁਕਸਾਨ ਕਰਨਾ ਹੈ। ਜੇਕਰ ਕਿਸੇ ਇਨਸਾਨ ਦੇ ਨਾਲ ਤੁਹਾਡੇ ਵਿਚਾਰ ਨਹੀਂ ਮਿਲਦੇ ਤੇ ਸਮਝੋ ਕਿ ਪ੍ਰਮਾਤਮਾ ਨੇ ਸਾਨੂੰ ਅਲੱਗ-ਅਲੱਗ ਬਣਾਇਆ ਹੈ। ਜ਼ਰੂਰੀ ਨਹੀਂ ਕਿ ਹਰੇਕ ਥਾਂ ਤੇ ਉਹ ਬੰਦਾ ਤੁਹਾਡੇ ਨਾਲ ਸਹਿਮਤੀ ਦੇ ਦੇਵੇ। ਇਹੀ ਪ੍ਰਮਾਤਮਾ ਦਾ, ਕੁਦਰਤ ਦਾ ਇੱਕ ਨਿਯਮ ਹੈ। ਹਮੇਸ਼ਾ ਤੁਹਾਡੇ ਤੋਂ ਜੇ ਕੋਈ ਵੱਖਰਾ ਵੀ ਹੈ, ਉਸ ਨੂੰ ਪ੍ਰਵਾਨ ਕਰਨਾ ਸਿੱਖੋ, ਉਸ ਤੇ ਈਰਖਾ ਨਾ ਕਰੋ। ਇੰਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।